शहीदी पुरब ਨੂੰ ਮਨਾਉਣ ਦੇ ਲਈ ਜੁਗੋ ਜੁਗ ਅਟਲ ਚਵਰ ਤਤ ਤੇ ਮਾਲਕ ਸ਼ਬਦ ਗੁਰੂ ਗਿਆਨ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਜੋ ਆਪਣੇ ਨਿੱਜ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਜੁੜ ਬੈਠ ਕੇ ਹਰ ਜਸ ਗਾਇਨ ਕਰਦੇ ਹੋਏ, ਹਰ ਜਸ ਸਰਵਣ ਕਰਦੇ ਹੋਏ ਮਨੁੱਖਾ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰ ਰਹੇ ਹੋ। ਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਮਨੁੱਖਤਾ ਨੂੰ ਜੋ ਸੱਚ ਦਾ ਸੰਦੇਸ਼ ਬਖਸ਼ਿਸ਼ ਕਰਦੇ ਹਨ, ਮਨੁੱਖਤਾ ਦੇ ਉੱਤੇ ਰਹਿਮਤਾਂ ਕਰਦੇ ਹਨ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਲੋਕ ਜੋ ਹੁਣੇ ਆਪ ਜੀ ਨੇ ਸਾਰਿਆਂ ਨੇ ਰਲ ਕੇ ਪੜ੍ਹੇ ਤੇ ਸਰਵਣ ਕੀਤੇ। ਸਭ ਤੋਂ ਪਹਿਲੇ ਸ਼ਲੋਕ ਦੇ ਅੰਦਰ ਗੁਰੂ ਪਾਤਸ਼ਾਹ ਸਮਝਾਣਾ ਕਰਦੇ ਹਨ ਕਿ ਭਾਈ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਕਿਸ ਵਾਸਤੇ ਸੀ ਤੇ ਤੂੰ ਕੀਤਾ ਕੀ। ਮਿਲਿਆ ਤੇ ਹੈ, ਆਪਾਂ ਰੋਜ਼ ਬਾਣੀ ਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦਿਵਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਧੀਆ। ਲੇਕਿਨ ਲੱਗਾ ਕਿਤ ਕੁਫਕੜੇ ਵਾਲੀ ਅਵਸਥਾ ਚ ਤੂੰ ਪਹੁੰਚ ਗਿਆ ਤੇ ਫਿਰ ਕੀ ਹੋਇਆ? ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਇਹ ਕੈਲਕੂਲੇਸ਼ਨ ਹੈ। ਗੁਰੂ ਪਾਤਸ਼ਾਹ ਕਹਿੰਦੇ ਵੀ ਤੂੰ ਜਦੋਂ ਦਾ ਪੈਦਾ ਹੋਇਆ ਤੇਰਾ ਬਚਪਨ ਵੀ ਨਿਕਲ ਗਿਆ, ਜਵਾਨੀ ਵੀ ਨਿਕਲ ਗਈ ਤੇ ਬੁਢਾਪਾ ਆ ਗਿਆ। ਹੁਣ ਬੁਢਾਪੇ ਤੋਂ ਅੱਗੇ ਤੂੰ ਚੜ੍ਹਾਈ ਕਰ ਜਾਣਾ ਹੈ ਤੇ ਜੀਵਨ ਤੇਰਾ ਵਿਅਰਥ ਜਾ ਰਿਹਾ ਹੈ, ਅਜਾਇਆ ਜਾ ਰਿਹਾ ਹੈ। ਗੁਰੂ ਪਾਤਸ਼ਾਹ ਕਰਨਾ ਕੀ ਸੀ? ਤੇ ਗੁਰੂ ਪਾਤਸ਼ਾਹ ਕਹਿੰਦੇ ਹਨ, ਕਹਿ ਨਾਨਕ ਸੁਣ ਰੇ ਮਨਾ, ਇਹ ਮੇਰੇ ਮਨ ਤੂੰ ਧਿਆਨ ਨਾਲ ਸੁਣ। ਤੂੰ ਉਸ ਮਾਲਕ ਦਾ ਸਿਮਰਨ ਕਰਨਾ ਹੈ। ਕਿਵੇਂ ਕਰਨਾ ਹੈ? ਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਇਸ ਤਰੀਕੇ ਦੇ ਨਾਲ हे ਗੁਰਸਿੱਖ ਤੇਰਾ ਵੀ ਜੀਵਨ ਗੁਰੂ ਤੋਂ ਬਿਨਾਂ ਵਿਅਰਥ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ ਉਹਨਾਂ ਦੇ ਨਾਲ ਜਿਹੜੇ ਤਿੰਨ ਸਿੰਘ ਸ਼ਹੀਦ ਹੋਏ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹਨਾਂ ਦਾ ਸ਼ਹੀਦੀ ਪੁਰਬ ਆਪਾਂ ਮਨਾਉਣ ਦੇ ਲਈ ਜੁੜ ਬੈਠੇ ਹਾਂ। ਗੁਰੂ ਪਾਤਸ਼ਾਹ ਤੋਂ ਪੁੱਛਦੇ ਜਾਵਾਂਗੇ ਨਾਲ ਨਾਲ ਸਵਾਲ ਤੇ ਗੁਰੂ ਪਾਤਸ਼ਾਹ ਜਵਾਬ ਦੇਣਗੇ ਕਿ ਇੱਕ ਮਨੁੱਖ ਜਿਹੜਾ ਹੈ ਉਹ ਕਿਵੇਂ ਜੀਵਨ ਦੇ ਅੰਦਰ ਸ਼ਹਾਦਤ ਦਾ ਜਾਮ ਹੱਸਦੇ ਹੱਸਦੇ ਪੀ ਸਕਦਾ ਹੈ। ਕਿਉਂਕਿ ਇਨਸਾਨ ਨੂੰ ਦੁਨੀਆ ਦੇ ਅੰਦਰ ਵਿਚਰਦੇ ਹੋਏ ਸਭ ਤੋਂ ਜ਼ਿਆਦਾ ਭੈ ਜੋ ਹੈ ਉਹ ਹੈ ਮੌਤ ਦਾ, ਕਿ ਮੇਰੀ ਮੌਤ ਨਾ ਹੋ ਜਾਏ। ਹਰ ਢੰਗ ਤਰੀਕਾ, ਹਰ ਹੀਲਾ ਵਸੀਲਾ ਵਰਤਦਾ ਹੈ, ਲੇਕਿਨ ਗੁਰੂ ਪਾਤਸ਼ਾਹ ਬਾਣੀ ਰਾਹੀਂ ਮਨੁੱਖ ਨੂੰ ਸਮਝਾਉਂਦੇ ਹਨ ਕਿ ਭਾਈ ਛਿਨ ਛਿਨ ਔਦ ਬੇਹੱਤ ਹੈ, ਫੂਟੇ ਘਟ ਜਿਉ ਪਾਣੀ। ਕਹਿੰਦੇ ਜਿਸ ਤਰੀਕੇ ਨਾਲ ਘੜੇ ਦੇ ਅੰਦਰੋਂ ਅਗਰ ਘੜਾ ਚਟਕ ਜਾਏ, ਤਿੜਕ ਜਾਏ ਤੇ ਉਹਦੇ ਅੰਦਰੋਂ ਬੂੰਦ ਬੂੰਦ ਕਰਕੇ ਪਾਣੀ ਖਤਮ ਹੁੰਦਾ ਜਾਂਦਾ ਹੈ, ਇਸੇ ਤਰ੍ਹਾਂ ਇਸ ਸਵਾਸਾਂ ਦੀ ਪੂੰਜੀ ਮਾਲਕ ਨੇ ਜੋ ਬਖਸ਼ੀ ਹੈ, ਇਹ ਪਲ ਪਲ ਕਰਕੇ, ਘੜੀ ਘੜੀ ਕਰਕੇ ਖਤਮ ਹੋਈ ਜਾ ਰਹੀ ਹੈ। ਜਾਗ, ਸੁਚੇਤ ਹੋ। ਗੁਰੂ ਪਾਤਸ਼ਾਹ ਕਿਵੇਂ ਇੱਕ ਮਨੁੱਖ ਦਾ ਜੀਵਨ ਕਿਵੇਂ ਸੰਵਰ ਸਕਦਾ ਹੈ, ਕਿਵੇਂ ਜੀਵਨ ਦੇ ਅੰਦਰ ਉਹ ਲਾਹ ਖੱਟ ਸਕਦਾ ਹੈ। ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਹਨ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਕਹਿੰਦੇ ਤੂੰ ਆਇਆ ਤੇ ਸੀਗਾ ਮਨੁੱਖਾ ਜੀਵਨ, ਤੈਨੂੰ ਮਾਲਕ ਨੇ ਬਖਸ਼ਿਸ਼ ਕੀਤਾ ਸੀ ਕਿ ਤੂੰ ਉਸ ਮਾਲਕ ਦੇ ਨਾਲ ਮਿਲਣਾ ਹੈ, ਪਰ ਤੂੰ ਵਿਕਾਰਾਂ ਦੇ ਅੰਦਰ ਇਤਨਾ ਗਲਤਾਨ ਹੋ ਗਿਆ, ਤੈਨੂੰ ਉਹ ਮਾਲਕ ਦੇ ਗੁਣ ਚੇਤੇ ਹੀ ਨਹੀਂ ਰਹੇ।
ਗੁਰੂ ਪਾਤਸ਼ਾਹ ਜੋ ਸਮਝਾਣਾ ਕਰ ਰਹੇ ਹਨ ਬਾਣੀ ਦੇ ਅੰਦਰ ਕਿ ਭਾਈ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਇਸ ਤਰੀਕੇ ਨਾਲ ਸਮਝ ਤੂੰ ਉਸ ਮਾਲਕ ਦੇ ਗੁਣਾਂ ਨੂੰ ਹਰ ਵੇਲੇ ਚੇਤੇ ਰੱਖਣਾ ਹੈ। ਜਿਵੇਂ ਮੱਛੀ ਨੂੰ ਪਾਣੀ ਵਿੱਚੋਂ ਕੱਢ ਦਿੱਤਾ ਜਾਏ ਤੇ ਨਿਸ਼ਚਿਤ ਹੈ ਕਿ ਮੱਛੀ ਦੀ ਮੌਤ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਵੀ ਕਹਿੰਦੇ ਹਨ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਕਹਿੰਦੇ ਸਿੱਖ ਦਾ ਜੀਵਨ ਗੁਰੂ ਤੋਂ ਬਿਨਾ ਅਧੂਰਾ ਹੈ। ਗੁਰੂ ਮਿਲ ਜਾਂਦਾ ਹੈ ਤੇ ਗੁਰਸਿੱਖ ਪੂਰਨ ਹੋ ਜਾਂਦਾ ਹੈ। ਗੁਰੂ ਬਖਸ਼ਿਸ਼ ਕੀ ਕਰਦਾ ਹੈ, ਰਹਿਮਤ ਕੀ ਕਰਦਾ ਹੈ। ਆਸਾ ਕੀ ਵਾਰ ਦੇ ਅੰਦਰ ਆਪਾਂ ਰੋਜ਼ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। गुरु इतना बख्शंद है, गुरु इतना कृपालु है, इतना दयालु है कि मनुखी जीवन तो मनुखी तल तो चुक के दैवी गुणा का धारनी बना देता है। इहदे लई एक जुक्ति है, एक ढंग है, एक तरीका है। ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤੇ 3 ਗੁਰਸਿੱਖਾਂ ਦੀ ਸ਼ਹਾਦਤ ਪਹਿਲੇ ਯਾਦ ਕਰਨੀ ਪੈਂਦੀ ਹੈ, ਕਿਉਂਕਿ ਉਹਨਾਂ ਨੂੰ ਪਹਿਲੇ ਸ਼ਹੀਦ ਕੀਤਾ ਗਿਆ। ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਹਾਣੀ ਆਰੰਭ ਹੋਈ ਸੁਰਤ ਤੋਂ ਤੇ ਪਹੁੰਚ ਗਈ ਸੁਰ ਸਿਰ ਦਿਨ ਤੱਕ। ਜਦੋਂ ਤੱਕ ਸੁਰ ਨਹੀਂ ਮਿਲੇਗਾ, ਸੁਰ ਨਹੀਂ ਮਿਲੇਗਾ, ਤਾਂ ਤੱਕ ਸੱਚ ਜਾਣਨਾ ਸਾਡੀ ਸੁਰਤ ਨਹੀਂ ਟਿਕੇਗੀ। ਜਨਰਲੀ ਆਪਾਂ ਦੇਖਦੇ ਹਾਂ ਕਿ ਕਿਹਾ ਜਾਂਦਾ ਹੈ ਕਿ ਬਾਣੀ ਪੜ੍ਹਦੇ ਹੋਏ ਸਾਡਾ ਮਨ ਨਹੀਂ ਟਿਕਦਾ। ਬਾਣੀ ਪੜ੍ਹਦੇ ਹਾਂ ਤੇ ਮਨ ਦੇ ਅੰਦਰ ਵਿਚਾਰ ਵਿਕਾਰ ਸਾਨੂੰ ਪਰੇਸ਼ਾਨ ਕਰਦੇ ਹਨ, ਮਨ ਟਿਕਾ ਚ ਨਹੀਂ ਆਉਂਦਾ। ਤੇ ਕਈ ਵਾਰ ਤੇ ਇੱਥੇ ਤੱਕ ਸਵਾਲ ਹੋ ਜਾਂਦਾ ਹੈ, ਕਹਿੰਦੇ ਬਾਣੀ ਪੜ੍ਹਦੇ ਪੜ੍ਹਦੇ ਨੀਂਦ ਆ ਕੇ ਘੇਰ ਲੈਂਦੀ ਹੈ, ਗੁਟਕਾ ਵੀ ਹੱਥ ਚੋਂ ਛੁੱਟ ਜਾਂਦਾ ਹੈ। ਸਿੰਪਲ ਜਿਹਾ ਜਵਾਬ ਤੇ ਇਹਦਾ ਇਹ ਹੈ ਕਿ ਬਾਣੀ ਤਨ ਪੜ੍ਹ ਰਿਹਾ ਹੈ, ਮਨ ਨਹੀਂ ਪੜ੍ਹ ਰਿਹਾ। ਜੇ ਬਾਣੀ ਜਿਸ ਦਿਨ ਮਨ ਪੜਨਾ ਸ਼ੁਰੂ ਕਰ ਦੇਗਾ, ਉਸ ਦਿਨ ਕਿਧਰੇ ਨਾ ਗੁਟਕਾ ਛੁਟੇਗਾ ਹੱਥ ਚੋਂ, ਨਾ ਨੀਂਦ ਆਏਗੀ, ਨਾ ਵਿਕਾਰ ਪਰੇਸ਼ਾਨ ਕਰਨਗੇ। ਇੱਕ ਐਗਜ਼ਾਮਪਲ ਛੋਟਾ ਜਿਹਾ ਕਿ ਮੰਨ ਲਓ ਅਸੀਂ ਰਾਤ ਨੂੰ ਸੁੱਤੇ ਹੋਏ ਹਾਂ, ਸੁੱਤਿਆਂ ਨੂੰ ਉਠਾ ਕੇ ਕੋਈ ਆ ਕੇ ਕਹੇ ਜੀ ਇਹ 500 ਦੀ ਗੱਡੀ ਹੈ ਨੋਟਾਂ ਦੀ, ਇਹ ਤੁਹਾਡੀ ਗਿਣ ਲਓ, ਪੂਰੇ ਹੈ। ਕਦੀ ਧਿਆਨ ਦੇਣਾ, ਉਹ 500 ਦੇ ਨੋਟ ਗਿਣਦੇ ਹੋਏ ਕਦੀ ਸਾਨੂੰ ਨੀਂਦ ਆਈ? ਸਾਡਾ ਮਨ ਇੱਧਰ ਉੱਧਰ ਭਟਕੇਗਾ? ਨਹੀਂ ਭਟਕੇਗਾ। ਕਾਰਨ ਕੀ ਹੈ ਕਿ ਸਾਨੂੰ 500 ਦੇ ਨੋਟ ਦੀ ਅਹਿਮੀਅਤ ਪਤਾ ਹੈ, ਉਹਦੀ ਕੀਮਤ ਪਤਾ ਹੈ, ਉਹਦੀ ਵੈਲਿਊ ਪਤਾ ਹੈ। ਤੇ ਗਿਣਦੇ ਗਿਣਦੇ ਵਿਚਾਰ ਆ ਜਾਣਗੇ ਕਿ ਇਹ 500 ਦਾ ਨੋਟ, ਇਹ ਰਾਸ਼ਨ ਲੈ ਕੇ ਆਵਾਂਗੇ, ਇਸ 500 ਦੇ ਨੋਟ ਦਾ ਇਹ ਕੰਮ ਕਰਾਂਗੇ, ਇਸ 500 ਦੇ ਨੋਟ ਦਾ ਇਹ ਕੰਮ ਕਰ ਲਵਾਂਗੇ। ਕਿਉਂਕਿ ਸਾਨੂੰ ਵੈਲਿਊ ਪਤਾ ਹੈ, ਕੀਮਤ ਪਤਾ ਹੈ, ਇਸ ਕਰਕੇ ਮਨ ਨਹੀਂ ਭਟਕਦਾ। ਸੱਚ ਜਾਣਨਾ, ਜਿਸ ਦਿਨ ਗੁਰੂ ਦੇ ਗਿਆਨ ਦੀ ਵੈਲਿਊ ਸਾਨੂੰ ਪਤਾ ਲੱਗ ਗਈ, ਉਸ ਦਿਨ ਬਾਣੀ ਪੜ੍ਹਦੇ ਹੋਏ ਮਨ ਨਹੀਂ ਭਟਕੇਗਾ। ਕਿਵੇਂ ਸੁਰ ਤੋਂ ਸਿਰ ਤੱਕ ਦੀ ਕਹਾਣੀ ਪਹੁੰਚ ਗਈ? ਪਹਿਲੇ ਜ਼ਰੂਰੀ ਹੈ ਕਿ ਸੁਰ ਜੁੜ ਜਾਏ, ਕਿਉਂਕਿ ਇਤਿਹਾਸ ਤੇ ਆਪਾਂ ਨੇ ਬਹੁਤ ਸੁਣਿਆ ਹੋਏਗਾ, ਬਹੁਤ ਵਿਚਾਰਿਆ ਹੋਏਗਾ। ਅੱਜ ਆਪਾਂ ਇਹ ਪੁਰਬ ਮਨਾਉਂਦੇ ਹੋਏ ਕਿਧਰੇ ਕਿਣਕਾ ਮਾਤਰ ਵੀ ਬਾਣੀ ਦਾ ਅੰਸ਼ ਸਾਡੇ ਹਿਰਦੇ ਦਾ ਸਿੰਗਾਰ ਬਣ ਜਾਏ ਤੇ ਸਾਨੂੰ ਵੀ ਸਮਝ ਆ ਜਾਏ ਕਿ ਕਿਵੇਂ ਸੁਰ ਜੁੜਦੀ ਹੈ। ਕਦੀ ਦੇਖਣਾ, ਜਿਵੇਂ ਰਾਗੀ ਸਿੰਘ ਕੀਰਤਨ ਕਰ ਰਹੇ ਹੋਣ ਤੇ ਜਦੋਂ ਤੱਕ ਕੀਰਤਨ ਕਰਨ ਵਾਲੇ ਤੇ ਤਬਲੇ ਵਾਲੇ ਦੀ ਆਪਸ ਵਿੱਚ ਸੁਰ ਨਾ ਮਿਲੇ ਨਾ, ਤੇ ਕੀਰਤਨ ਦਾ ਆਨੰਦ ਨਹੀਂ ਆਉਂਦਾ। ਜਦੋਂ ਸੁਰ ਮਿਲ ਜਾਏ ਤੇ ਕੀਰਤਨ ਕਰਨਾ ਆਰੰਭ ਹੋ ਜਾਏ ਤੇ ਘੰਟੋ ਬੱਧੀ ਮਨ ਉੱਥੇ ਬੈਠ ਕੇ ਉਹਦੇ ਵਿੱਚੋਂ ਰਸ ਲੈਂਦਾ ਹੈ। ਸੁਰ ਹਰ ਕਿਸੇ ਦਾ, ਹਰ ਮਨੁੱਖ ਦਾ ਕਿਧਰੇ ਨਾ ਕਿਧਰੇ ਜੁੜਿਆ ਹੋਇਆ ਹੈ। ਜਿੱਥੇ ਸੁਰ ਜੁੜ ਜਾਏਗਾ, ਸੁਰਤ ਉੱਥੇ ਟਿਕੀ ਹੋਏਗੀ।
कभी टीवी सीरियल देखते हुए देखना, इस गल नूं महसूस करना कि साडा मन नहीं भटकदा। दास ने तो प्रैक्टिकल देखा है, जो घर च बच्चा मां नूं कहंदा है मां मैनूं भुख लग गई, रोटी बना दो या पानी का गिलास दे दो, मां कहती है बस 5 मिनट, ये सीरियल खत्म हो जाए फिर उसके बाद, क्योंकि सुर जुड़िया होया है। सुर जुड़ गया तो सूरत भी टिक जाती है। सुरत जो टिकी होए ते सुरत उस विचों कुछ ना कुछ रस लैंदी है। गुरु पातशाह साडी अवस्था का बयान बाणी च करते हैं, कहते हे मूर्ख मन रे मूड़े, लाहे को तू ढीला ढीला, टोटे को बेग धाया। कहते जिथे तेनू प्रॉफिट होना सीगा, तेरा जीवन सवरना सीगा, जिथे तू एक आदर्श मनुख, तेरी आइडियल मैन दी घाड़त घड़ी जानी सी, वो गुरु कोल घड़ी जानी सी, इधर आन नू तू बड़ा ढिला ढिला चलता है। टोटे को बेग धाया। सानू पता लग जाए ना कोई आर्टिस्ट आया होया है, कोई सिंगर आया होया है, या पिक्चर देखने जाना है या डीजे बजने नू, असी अद्धा घंटा घंटा पहले ही पहुंचे होंदे आ। टोटे को बेग धाया। कहते सस्त वखर तू किन्ने नाही, किन्नी सस्ती सीगी। गुरु का ज्ञान लेना कोई मुश्किल है? किन्ना सौखा है, किन्ना सुखैन है कि कोई भी गुरसिख, कोई भी मनुख दुनिया का बाणी आप पढ़ सकता है। पर कहते तू ये लेना ही नहीं चाहता। पापी बांधा रहनाया। कहते तू पापां दे अंदर, विकारां दे अंदर हमेशा बंधदा चला जा रहा है, तू लाह लैन वाल नहीं चल रहा। आपां गल कर रहे सी कि सुर मिलिया होएगा ते सुरत टिकी हुंदी है। जदों गुरु नाल सुर मिल गया, सच जानना साडी सुरत किधरे नहीं भजेगी, टिकी रहेगी। गुरु पातशाह बाणी च समझाते हैं सानू। आपां रोज पढ़ते हैं आसा की वार दे अंदर, कुंभे बद्दा जल रहे, जल बिन ज्ञान का बद्दा गुर बिन। कितना सिंपल वे च गुरु पातशाह ने समझाया है। एक दास होर बेनती करनी चाहेगा, क्योंकि जितना समय है आपां कोशिश करेंगे कि बाणी चो भी सानू कुछ रमज समझ लगे, ते नाल नाल इतिहास नू भी विचारांगे कि अज दा इतिहास की है। लेकिन कुछ नुक्ते, कुछ जुक्तियां विचारनियां बड़ियां जरूरी हैं कि किधरे साडा सुर ते मिल जाए गुरु नाल। जे सुर नहीं मिलिया ते साडे वर्गे कथावाचक भी बड़ा कुछ सुना जाणगे, कीर्तनीय भी बहुत कुछ सुना जाणगे, पर पल्ले ते कुछ भी नहीं नाल जाना। क्यों नहीं जाना? क्योंकि साडा सुर नहीं मिलिया होया। साडा गुरु दी हजूरी च बैठ के भी गुरु नाल सुर नहीं मिलिया, क्योंकि कबीर पातशाह साडे मन दी अवस्था जानते हैं ते समझाना करते हैं। कबीर मन पंखी होया, उड़ उड़ दह दिस जाए। कहते मन ते ना पंखी दी तरह है, ये उड़ उड़ के पता नहीं किथे किथे जाता है। गुरु नानक पातशाह का प्रकाश पुरब मनाया आपने। गुरु नानक पातशाह काजी दे मौलवी नूं कहंदे ने कि नमाज ते तुसी भी नहीं पढ़ रहे सी, मैं तुहाडी नमाज किवें शामिल होवां। गुरु नानक पातशाह सानू भी यही गल कहंदे ने कि गुरसिखा तेरा मन ते गुरु नाल नहीं टिकिया होया, तेरे नाल मैं अरदास किवें शामिल होवां। ते गुरु पातशाह समझाना कर रहे सन कि भाई मन नूं टिकाण दीयां जुक्तियां गुरु कोलों सिख। ते गुरु पातशाह कहंदे ध्यान कर, मिट्टी जिन्नी मर्जी वधिया ले लई, पर पानी मिलाना पएगा तैनू ओदी मटके दी घाड़त घड़न दे लई। जदों तक पानी नहीं मिलेगा मिट्टी दे अंदर, मटका नहीं बन सकता। जिस दिन मिट्टी दे अंदर पानी मिला लिया, फिर जिहड़ा मटका बन जाएगा, ओदी समर्था देखो कितनी बन जाएगी, वो पानी नू अपने अंदर टिका के रखेगा। गुरु पातशाह भी कहते हैं कि जदों गुरु का ज्ञान अपने हिरदे च वसा लेगा, अपनी मत च गुरु की मत टिका लेगा, गुर की मत तू लेह आने भगत बिना बहु।
कहते गुरु दी मत जदों अपनी मत दे विच मिक्स कर लेगा, गुरु दी मत टिका लेगा, गुरु कोलों मत ले लेगा, कहता तेरा ये मन रूपी मटका तैयार हो जाएगा। हुण इहदे च गुरु दा उपदेश हमेशा टिकिया रहेगा। ते असी कोशिश करते हैं सारी उम्र कि बिना पानी पाए घड़ा बन जाए। गुरु पातशाह कहते नहीं बनेगा, नहीं बनेगा, तेनू पानी पाना पएगा, गुरु की मत अपने अंदर लेके जानी पएगी। गुरु पातशाह होर भी समझाना करते हैं, कहते मन कुंचर पीलक गुरु ज्ञान कुंडा जह खिंचे तह जाए। आपां गल कर रहे सी कि सुर किवें गुरु नाल मिलेगी। सुर मिल गई तो सुरत टिक जाएगी, ਜਦੋਂ तक सुर ना मिली तो साडी सुरत नहीं टिकेगी। जे सुरत ना टिकी तो सीरत भी नहीं बनेगी। अज असी देखते हैं ना कि असी सारे प्रकाश पुरब भी मनाते हाँ, बाकी दिहाड़े भी मनाते हाँ, नगर कीर्तन भी करते हाँ, लंगर भी छकते हाँ, पर साडी सीरत गुरु वाली नहीं नजर आती। जो सीरत नहीं बनती ना तो साडी सूरत भी बिगड़ी हुई है। सिर तक ते किवें पहुंचांगे। गुरु पातशाह कह रहे सन मन हाथी है, मन कुंचर। कहते मन ना हाथी वांगू है। पहले एग्जाम्पल दिता मिट्टी का, ते हुण इत्थे कहते मन ना हाथी वांगू है। हाथी आप सारे जानते हो बड़ा विशालकाय प्राणी है, और जदों उहदे उत्ते अंकुश ना होए, महावत ना बैठा होए, ते हजारां प्राणियां नूं कल्ला ही हाथी खदेड़ दिंदा है। गुरु पातशाह कहते मन कुंचर। गुरु पातशाह हाथी कह दिता मन नूं, हुण दसो किवें काबू च करना है। कहते पीलक गुरु, कहते गुरु नूं महावत बना लै। फिर की होएगा गुरु पातशाह? कहते गुरु ज्ञान दा कुंडा फसा लेगा, ज्ञान कुंडा। हुण की होएगा गुरु पातशाह? कहते जह खिंचे तह जाए। कहते हुण गुरु जिथे लेके जाएगा, हुण मन उत्थे जा रहा है। मन शरीर दा पार्ट नहीं है। डॉक्टरां तो पूछ के देखना कि पूरे शरीर दा ऑपरेशन करके उन्होंने देख लिया, मन कोई पार्ट नहीं है शरीर दा। मन विचारां दा विचार हन, विचारां दी एक गुंजल है। ਉਹ ਮਨ ਦੀ ਜਿਹੜੀ ਵਿਚਾਰਾਂ ਦੀ ਗੁੰਝਲ ਹੈ, ਮਤ ਉਹਨੂੰ ਚੁੰਗਦੀ ਰਹਿੰਦੀ ਹੈ ਤੇ ਮਨ ਦੇ ਪਿੱਛੇ ਭਜਦੀ ਰਹਿੰਦੀ ਹੈ। ਕਬੀਰ ਪਾਤਸ਼ਾਹ ਕਹਿੰਦੇ ਹਨ ਲੇਲੇ ਕੋ ਚੁੰਗੇ ਨਿਤ ਭੇਡ। ਕਹਿੰਦੇ ਚੁੰਗਣਾ ਤੇ ਲੇਲੇ ਨੇ ਭੇਡ ਨੂੰ ਸੀਗਾ, ਪਰ ਇੱਥੇ ਮਤ ਰੂਪੀ ਭੇਡ ਮਨ ਰੂਪੀ ਲੇਲੇ ਨੂੰ ਚੁੰਗਦੀ ਹੈ ਤੇ ਉਹਦੇ ਪਿੱਛੇ ਹੀ ਚੱਲਦੀ ਰਹਿੰਦੀ ਹੈ। गुरु पातशाह कहते जो गुरु दे ज्ञान दा उत्ते महावत बैठ जाएगा, ज्ञान दा कुंडा लग जाएगा, हुण मन इधर उधर नहीं भजेगा। हुण मन गुरु जिथे लेके जाएगा उत्थे जाएगा। नहीं तो गुरु पातशाह कहते नानक हस्ती कुंडे बहरा फिर उजड़ पाए। कहते जिस हाथी दे उत्ते गुरु दे ज्ञान दा कुंडा नहीं लग्या हुंदा ना, कहते वो हाथी उजाड़ ही करता है। परचोल के देखना अपने आप नूं, अपने आस पास दे समाज नूं कि अज साडे घरां दे अंदर, साडे समाज दे अंदर, इत्थे तक कि साडे धर्म स्थानां ते भी उजाड़ क्यों पै गया? क्योंकि मन रूपी हाथी नूं गुरु ज्ञान दा कुंडा नहीं लग्या। एक जगह गुरु पातशाह ना होर समझाना करदे हैं। आपां एक नुक्ता बस छोटा जिहा होर विचार के आपां अगे चलांगे। गुरु पातशाह कहंदे मन तू बड़ा खोटा है, तू बड़ा शैतान है, मन खुटहर। असल च जिन्हां ने बाणी सहजे सहजे पढ़ी है उन्हां नूं पता होएगा कबीर पातशाह शब्द राही समझाते हैं कि हर का बिलोवना बिलोवो मेरे भाई, सहज बिलोवो जैसे तत न जाए। बाणी पढ़ते टाइम एक तो सानू ये पिरत पै गई रेडीमेड चाहिए, फास्ट फूड रेडी टू ईट। ते असी की कीता, असी ग्रंथी सिंह रख ले, प्रचारक रख ले, वो कहणगे वो सुना जाणगे बस। ये सिस्टम ठीक है, आन वो भी ये समझ लिए क्लासरूम है, पर याद रखना जेडे बच्चे स्कूल जाते हैं उन्होंने होमवर्क भी मिलता है।
क्यों मिलता है? ताकि वो रिपीट हो जाए सारा काम, ताकि उन्होंने याद रहे। ਤੇ ਅਸੀਂ ਇਹ ਕਲਾਸ ਵਰਕ ਵੀ ਕਰੀਏ ਲੇਕਿਨ ਹੋਮਵਰਕ ਵੀ ਨਾਲ ਲੈ ਕੇ ਜਾਈਏ, ਗੁਰੂ ਦਾ ਕੋਈ ਇੱਕ ਸ਼ਬਦ ਤੇ ਨਾਲ ਲੈ ਕੇ ਜਾਈਏ ਨਾ। ਕਬੀਰ ਪਾਤਸ਼ਾਹ ਕਹਿੰਦੇ ਨੇ, ਤਨ ਕਰ ਮਟਕੀ ਮਨ ਮਾਹੀ ਬਿਲੋਈ, ਇਸ ਮਟਕੀ में ਸ਼ਬਦ ਸੰਜੋਈ। ਇਹ ਤਨ ਨੂੰ ਮਟਕੀ ਬਣਾ ਲੈ ਤੇ ਮਨ ਦੇ ਅੰਦਰ ਗੁਰੂ ਦਾ ਸ਼ਬਦ ਸੰਜੋ ਲੈ। ਜਦੋਂ ਸੰਜੋ ਕੇ ਅਸੀਂ ਲੈ ਕੇ ਜਾਵਾਂਗੇ ਘਰ ਤੱਕ, ਤੇ ਘਰ ਵੀ ਹੁਣ ਮਨ ਦੇ ਅੰਦਰ ਵਿਚਾਰ ਚੱਲ ਰਹੀ ਹੋਏਗੀ ਤੇ ਉਹਦੇ ਚੋਂ ਮੱਖਣ ਪ੍ਰਾਪਤ ਹੋ ਰਿਹਾ ਹੋਏਗਾ। ਨਹੀਂ ਤੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਵੀ ਮਨ ਸਾਡਾ ਟਿਕਾ 'ਚ ਨਹੀਂ ਹੁੰਦਾ। ਤੇ ਗੁਰੂ ਪਾਤਸ਼ਾਹ ਕਹਿ ਰਹੇ ਸਨ, ਮਨ ਖੁੱਟ ਹਰ, ਕਹਿੰਦੇ ਤੇਰਾ ਨਹੀਂ ਵਿਸ਼ਵਾਸ, ਕਹਿੰਦੇ ਤੇਰੇ ਤੇ ਮੈਨੂੰ ਭਰੋਸਾ ਹੀ ਨਹੀਂ, ਕਿਉਂਕਿ ਤੂੰ ਮਹਾ ਉਦਮਾਦਾ, ਕਹਿੰਦੇ ਤੂੰ ਬੜੀ ਉਦਮਾਦ ਕਰਦਾ ਹੈ, ਸ਼ੈਤਾਨੀਆਂ ਕਰਦਾ ਹੈ। ਕਹਿੰਦੇ ਧੋਬੀ ਕੋਲੋਂ ਜਾ ਕੇ ਪੁੱਛ, ਖਰ ਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਕਹਿੰਦੇ ਧੋਬੀ ਸਿਆਣਾ ਹੈ, ਉਹ ਖੋਤੇ ਦੀਆਂ ਲੱਤਾਂ ਤਾਂ ਖੋਲਦਾ ਹੈ ਜਦੋਂ ਉੱਤੇ ਵਜਨ ਲੱਦ ਦਿੰਦਾ ਹੈ। ਕਿਧਰੇ ਅਸੀਂ ਵੀ ਪੁਰਬ ਮਨਾਉਂਦੇ ਹੋਏ ਇਸ ਤਰੀਕੇ ਨਾਲ ਗੁਰੂ ਦੇ ਗਿਆਨ ਦਾ ਬੋਝ ਆਪਣੇ ਮਨ ਤੇ ਟਿਕਾ ਕੇ ਜਾਈਏ ਤੇ ਸੱਚ ਜਾਣਨਾ ਇਤਿਹਾਸਿਕ ਦਿਹਾੜੇ ਜਿਹੜੇ ਆਪਾਂ ਮਨਾ ਰਹੇ ਹਾਂ ਇਹ ਸਫਲੇ ਹੋ ਜਾਣਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਬੜੀ ਲਾਸਾਨੀ ਹੈ। आपने इतिहास पढ़िया होएगा, जर जोरू जमीन दे लई बड़ी कतलो गारत हुई, बड़ियां जंगा हुईयां, इतिहास लिखे गए। लेकिन एक संस्था वर्ल्ड दे अंदर काम करती है, रेड क्रॉस सोसाइटी, कदी ओदी एक्टिविटी नू वाचना ते अपना इतिहास पढ़ना, सानू समझ आएगी ओदे फाउंडर सन भाई कन्हैया जी, जो आज रेड क्रॉस सोसाइटी कर रही है ਉਹ ਭਾਈ ਕਨਈਆ ਜੀ ਨੇ ਕਰਕੇ ਦਿਖਾਇਆ ਪ੍ਰੈਕਟੀਕਲ। ਤੇ ਇੱਕ ਮਨੁੱਖੀ ਅਧਿਕਾਰਾਂ ਦੇ ਲਈ ਇੱਕ ਸੁਸਾਇਟੀ ਅੱਜ ਵਰਲਡ ਦੇ ਅੰਦਰ ਕੰਮ ਕਰ ਰਹੀ ਹੈ, ਹਿਊਮਨ ਰਾਈਟਸ ਉਸ ਸੰਸਥਾ ਦਾ ਨਾਮ ਹੈ, ਕਿ ਉਹ ਮਨੁੱਖਾਂ ਦੇ ਅਧਿਕਾਰਾਂ ਦਾ ਕਿਧਰੇ ਕੋਈ ਹਨਨ ਤੇ ਨਹੀਂ ਹੋ ਰਿਹਾ, ਉਹਦੇ ਉੱਤੇ ਕੰਮ ਕਰਦੀ ਹੈ। ਤੇ ਜੇ ਆਪਾਂ ਉਹਨੂੰ ਵਿਚਾਰ ਕੇ ਦੇਖਾਂਗੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਵਿਚਾਰਾਂਗੇ ਤੇ ਸਮਝ ਆਏਗਾ ਕਿ ਉਸ ਵਿਚਾਰਧਾਰਾ ਦਾ ਮੁੱਢ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੰਨਿਆ। कि गुरु पातशाह ने अपने लिए नहीं, कोई जर जोरू जमीन दे लिए कोई जंग नहीं लड़ी, शहादत दा जाम पीता, और वो भी इस करके कि किसी दी मत दी विचारधारा नू बचाने दे लिए कि भाई ओदे उत्ते उन्हां दे उत्ते तुसी जबरदस्ती नहीं थोप सकते अपनी विचारधारा। गुरु तेग बहादुर पातशाह दी शहादत बड़ी ही लासानी है, बड़ी ही नवेकली है। ਆਪਾਂ ਜਦੋਂ ਅਰਦਾਸ ਕਰਦੇ ਆ ਨਾ ਤੇ ਇੱਕ ਬੰਦ ਆਂਦਾ ਹੈ, ਉਹ ਮਹਾਂਪੁਰਸ਼ਾਂ ਨੇ ਬਜ਼ੁਰਗਾਂ ਨੇ ਉਹ ਬੰਦ ਇਸ ਕਰਕੇ ਸਾਡੀ ਅਰਦਾਸ ਦੇ ਅੰਦਰ ਸ਼ਾਮਿਲ ਕੀਤਾ ਕਿ ਜਦੋਂ ਗੁਰਸਿੱਖ ਨੇ ਸਵੇਰੇ ਸ਼ਾਮ ਬਾਣੀ ਪੜਨ ਤੋਂ ਬਾਅਦ ਅਰਦਾਸ ਕਰਨੀ ਹੈ, ਜਾਂ ਜਿੱਥੇ ਪੰਥ ਇਕੱਠਾ ਹੋਣਾ ਹੈ, ਸਮਾਜ ਇਕੱਠਾ ਹੋਣਾ ਹੈ ਤੇ ਪੰਥਿਕ ਅਰਦਾਸ ਹੋਣੀ ਹੈ, ਉਹਦੇ 'ਚ ਵੀ ਉਹ ਬੰਦ ਪੜਿਆ ਜਾਂਦਾ ਹੈ। ਉਹ ਇਸ ਕਰਕੇ ਸ਼ਾਮਿਲ ਕੀਤਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ, ਬੰਦ ਕਟਵਾਏ, खोपरियां उतरवाइयां, चरखड़ियां ते चढ़े, आरिया नाल तन चिरवाए, देगा च उबाले गए, सिक्खी केसा स्वासा संग निभाई। ये बंद इस करके शामिल किया गया कि गुरसिख हर रोज कम से कम 2 बार ते पंथक अरदास करेगा ते दिन च 2 बार अपने इतिहास नू याद करेगा। ਬਜ਼ੁਰਗ ਸਿਆਣੇ ਸਨ, ਸਮਝਦਾਰ ਸਨ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰ ਦਿੰਦੀਆਂ ਹਨ, ਇਹ ਕੋਈ ਐਵੇਂ ਕਈ ਗੱਲ ਨਹੀਂ, ਤੱਥਾਂ ਤੇ ਆਧਾਰਿਤ ਹੈ। ਤੁਸੀਂ ਪੂਰੇ ਵਰਲਡ ਦੇ ਨਕਸ਼ੇ ਤੇ ਦੇਖ ਸਕਦੇ ਹੋ ਕਿ ਹਜ਼ਾਰਾਂ ਕੌਮਾਂ ਸੰਸਾਰ ਦੇ ਨਕਸ਼ੇ ਤੋਂ ਲੁਪਤ ਹੋ ਗਈਆਂ, ਕਿਉਂਕਿ ਜਾਂ ਤੇ ਉਹਨਾਂ ਨੇ ਕੋਈ ਇਤਿਹਾਸ ਰਚਿਆ ਨਹੀਂ ਜਾਂ ਆਪਣੇ ਇਤਿਹਾਸ ਨੂੰ ਸੰਭਾਲ ਕੇ ਨਹੀਂ ਰੱਖਿਆ। इस गल तो जानू सन, इस करके अरदास ये बंद शामिल कर दिता कि जो भाई साहब ये बोलन कि जिन्हां सिंघां ने बंद कटवाए भाई मनी सिंह चेते आ जाए, जिन्हां ने खोपरियां उतरवाइयां भाई तारू सिंह याद आ जाए, जेड़े चरखड़ियां ते चढ़े सुबेग सिंह सहवाज सिंह चेते आ जान, जिन्हां ने तन ते आरे चलवाए भाई मती दास याद आ जाए, देगा च उबाले गए भाई दयाला जी याद आ जाए। इस करके बंद शामिल किया गया सीगा। लेकिन साडी मैनू माफ करना, साडी एक ट्रेजिडी है, साडे नाल की हो गई
कि असी टोटल सिस्टम ਨੂੰ ਸਮਝ ਲਿਆ कि भाई साहब अरदास कर देंगे, रागी सिंह आणगे कीर्तन कर जाएंगे, साढ़े वर्गे आणगे कथा कर जाएंगे, साडा रोल ते लंगर छकना है। दास कहंदा बिल्कुल लंगर तन की जरूरत है, क्योंकि तन जो गुरु की हजूरी च घंटा 2 घंटे बैठेगा तो तन नूं भुख लग जाएगी। समा नहीं कि आप बहुत विस्तार च जा सकीए, लेकिन कुछ गल्लां एक दूसरे दे नाल जुड़ियां होंदियां नूं करनियां बड़ी जरूरी होंदियां कि गुरुद्वारे का सिस्टम देखो कि तुसी आए जोड़े बाहर उतार दिते, वड्डे गुरुद्वारे जाओ पार्किंग कर दो, टोकन ले लो, जोड़े उतार दो, अंदर आए मौसम के हिसाब नाल कालीन बिछे हुए हैं, एसी लगे होंदे हैं, पंखे चल रहे हैं। तुसी आओ गुरु की गोद च बैठ के गुरु की गल ध्यान नाल सुनो। घंटा 2 घंटे तुसी जदों बैठे इत्थे ते तुहाडे तन नूं भुख लग गई, तुहाडे लई लंगर का भी इंतजाम है बाहर, इस करके चिंता ना करना। सिस्टम ये सीगा, लेकिन असी बाकी सारे सिस्टम नूं फॉलो कीता। जिहड़ी मेन गल सी शायद असी विसार दित्ती, क्योंकि साडे वर्गे भी अज इतिहासिक गुरुद्वारियां या किसी गुरुद्वारे जांदे ना, जाके मत्था टेकिया, एक जगह टेकिया, 2 जगह टेकिया, परिक्रमा कीती, देग लई या प्रसाद लंगर प्रसादा छकिया ते बाहर चले गए। नहीं भाई, गुरसिख दी ते गुरु ने घाड़त करनी है। आपां रोज जप बाणी पढ़दे ना कि गुरु करदा की है, तिथे घड़ीए सुरत मत मन बुद्ध। ये कौन करेगा? ये गुरु ने सुनियार की दुकान खोली हुई है। जत पहारा धीरज सुनियार अहरन मत वेद हथियार। गुरु ते दुकान खोल के बैठा है। केवल असी आके मत अपनी सरेंडर करनी है। जो आप मत्था टेकते हैं, मत्था टेकन का भाव ही यही है कि गुरु पातशाह मैं अपनी ओछी मत तुहानू अर्पण कर दी। हुण तुसी इस मत नू अपनी मत अनुसार अपने ज्ञान अनुसार घड़ दो। ते जिन्हां दी घड़त घड़ी गई, भाई मतीदास, भाई सतीदास, भाई दयाला जी धन हो गए, ते रहिंदी दुनिया तक उन्हां दा नाम, जिथे गुरु पातशाह दा नाम लिया जाएगा, उन्हां शहीदां दा भी नाम लिया जाएगा। ये है गुरु दे कोल जिन्हां ने मन बेचे, सतगुर के पास वाली अवस्था कर दी। फिर वो गुरु तो बेमुख नहीं होंदे, चाहे शरीरिक रूप दे अंदर उन्होंने शहादत का जाम भी पीना पिया। गुरु तेग बहादुर पातशाह नूं इतिहास सारे नूं पता है कि किरपा राम की अगवाई दे अंदर जो कश्मीरी पंडितां दा एक वफद, कश्मीरी पंडित किरपा राम का अगर इतिहास आप पढ़ोगे तो भट्ट बईयां दे अंदर ये पता लगता है कि किरपा राम उच्च कोटि का विद्वान सीगा और वो गुरु तेग बहादुर पातशाह दे नाल पहले भी कई बार मुलाकात कर चुकिया सीगा। और जदों औरंगजेब नूं ये पता लग्या कि अगर कश्मीरी पंडितां दे उत्ते दबाव बना लिया जाए ते उन्हां नूं अगर इस्लाम कबूल कर लैणगे ते बाकी हिंदुस्तान दे सारे लोग कबूल कर लैणगे, ते किरपा राम दी अगवाई दे अंदर जिहड़ा वफद आया वो गुरु तेग बहादुर पातशाह दी शरण च आया, क्योंकि उन्होंने पता सी कि हिंदुस्तान के अंदर अगर उन्होंने कोई बाह फड़न वाला है, जे कोई जुल्म तो रक्षा करने वाला है, तो वो केवल ते केवल गुरु तेग बहादुर पातशाह है। गुरु तेग बहादुर पातशाह ने भी जिया क्या, ते गुरु गोबिंद सिंह पातशाह केवल 9 साल की उम्र च जो उन्होंने पता लग्या प्रॉब्लम के बारे, तो गुरु पातशाह नूं कहन लगे कि तुहाडे तो वड्डा महापुरुष होर कौन होएगा। विचार चर्चा हुई, गुरु गोबिंद सिंह पातशाह नूं गुरगद्दी दे दी। एक गुरु पातशाह नूं पता सीगा कि की होने वाला है। एक राइटर लिखता है कि बड़ा एक सुनिया है कि उल्टी गंगा बहा देना। कहता गंगा जो वग रही होंदी है ना, तो उन्होंने कभी देखना, कहता उल्टी गंगा बहा देना। पता नहीं किसी ने की स्लोगन बना दिता, कभी उल्टी गंगा बहाई जा सकती है। पर कहता जो मैं गुरु तेग बहादुर पातशाह का जीवन पढ़िया, मनु यकीन हो गया कि कुछ ऐसे सूरमे भी दुनिया लोकाई ते आंदे न जेड़े गंगा नूं उल्टा बहा सकते हैं। अज तक दा इतिहास पढ़ के देखना कि कातिल जिहदा कतल करना है उहदे तक पहुंच जाता है, पर इतिहास के अंदर पहला वाकया सीगा कि जिहदा कतल होना है वो कातिल को आप चल के आ रहा है। गुरु तेग बहादुर पातशाह आनंदपुर साहब तो तैयारी दे नाल चले, 3 गुरसिख नाल सन। सरहंद के नेड़े ही गुरु तेग बहादुर पातशाह नूं अरेस्ट कर लिया गया सी।
ਲਗਭਗ 4 ਮਹੀਨੇ ਉੱਥੇ ਉਹਨਾਂ ਨੂੰ ਕੈਦ 'ਚ ਰੱਖਿਆ ਗਿਆ ਤੇ 4 ਮਹੀਨੇ ਉਹਨਾਂ ਦੇ ਉੱਤੇ ਤਸੱਦਦ ਕੀਤੇ ਗਏ, ਜ਼ੁਲਮ ਢਾਇਆ ਗਿਆ, ਇੰਤਹਾ ਕੀਤੀ ਗਈ। ਲੇਕਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਡੋਲਣ ਵਾਲੇ ਨਹੀਂ ਸਨ, ਕਿਉਂਕਿ ਉਹ ਉਪਦੇਸ਼ ਕਰਦੇ ਹਨ ਲੋਕਾਈ ਨੂੰ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤਾਨ। ਜਦੋਂ ਉਹ ਕਹਿੰਦੇ ਹਨ ਕਿਸੇ ਤੋਂ ਡਰਨਾ ਨਹੀਂ, ਕਿਸੇ ਨੂੰ ਡਰਾਣਾ ਨਹੀਂ, ਤੇ ਉਹ ਕਿਵੇਂ ਡਰ ਜਾਂਦੇ? ਕਿਉਂਕਿ ਗੁਰੂ ਪਾਤਸ਼ਾਹ ਨੇ ਇਹ ਸਮਝਾ ਦਿੱਤਾ ਬਾਣੀ 'ਚ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਇੱਥੇ ਮੌਤ ਦਾ ਤੇ ਕੋਈ ਭੈ ਨਹੀਂ, ਇੱਥੇ ਤੇ ਪਹਿਲੇ ਮਰਨ ਕਬੂਲ ਜੀਵਨ ਕੀ ਛਡਾਸ। ਗੁਰੂ ਨਾਨਕ ਪਾਤਸ਼ਾਹ ਨੇ ਕੜੂਤੀ ਦਿੱਤੀ ਹੋਈ ਸੀ, ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ। ਕਿ ਭਾਈ ਇਹ ਸੱਚ ਦੇ ਮਾਰਗ ਤੇ ਚੱਲਦੇ ਹੋਏ ਸੀਸ ਵੀ ਦੇਣਾ ਪੈ ਸਕਦਾ ਹੈ, ਸੀ ਨਹੀਂ ਉਚਰਨੀ। इतिहास गवाह है कि गुरु पातशाह ने शीश दिता। उस तो पहले जिहड़ा उन्हां दे गुरसिख सन भाई मती दास, भाई सती दास, भाई दयाला जी, उन्हां नूं शहीद किया गया। भाई मती दास जी नूं आरे दे नाल तन चीर दिता। भाई सती दास जी नूं रूह च बन के साड़ दिता। भाई दयाला जी नूं देग च उबाल दिता। बड़ा आसान है कह देना, बहुत आसान है, बहुत आसान है सुन लेना, पर उस जो वो पिंडे ते उन्होंने हंडाया उन्होंने कभी महसूस करके देखना कि घर दे अंदर किधरे कोई काम करते हुए गरम गरम रोटी का सेक भी हाथ ते पै जाए ना, या उबलते पानी की एक बूंद भी तन ते गिर जाए ते बिलबिला उड़ता है इंसान। सोच के देखो। वैसे गुरु पातशाह ने बाणी च लिखा है, कहते जिन्हां ने मन करके गुरु उपदेश नूं जीवन च मन्निया, मन्ने की गत कही ना जाए, जे को कहे पिछे पछताए। असी उन्हां दी अवस्था दा बयान नहीं कर सकते, वो किन्नी उच्ची अवस्था दे पहुंचे हुए सन कि तन दे उत्ते आरा चल रहा है, फिर भी जप बाणी पढ़ रहे मन। दास फिर कहता है कहना बड़ा आसान है, सुनना भी बड़ा आसान है, पर तन ते हंडाना बड़ा मुश्किल है। तीनों सिंह जेड़े नाल सन वो शहीद हो गए ते अगले दिन जो है गुरु तेग बहादुर पातशाह की शहीदी हुई। एक गल करके दास समाप्ति करेगा, फिर कभी सुभाग मौका मिलिया ते आपां विचारां होर लंबियां करांगे गुरु दियां, क्योंकि गुरु दियां जिहड़ियां कहानियां हन ना ये किधरे भी खत्म नहीं होंदियां। ये एक जन्म की कई जन्म लैके भी असीं नहीं खत्म कर सकते। एक छोटा जिहा दृष्टांत, क्योंकि सानू इतिहास तो आप वाकिफ होना पएगा। दास एक गल पहले उहदे तो ये करनी चाहेगा कि असी दिहाड़े मना रहे हाँ। मैं कहने परिवार जो है वाकई धनता दे योग है कि घर दे अंदर प्रकाश किया होया है ते एक सबब बनाया होया है कि असी गुरपुरब मना रहे हाँ ते गुरु दी हजूरी जुड़ बैठे हाँ। लेकिन दास एक गल महसूस करता है अज समाज दे अंदर कि असी ये सारे पुरब मनाते हुए भी किधरे न किधरे गुरु तो बेमुख होके विचर रहे हाँ। गुरु दे सिद्धांत नूं पिठ दे रहे हाँ। साडा प्यार गुरु दे प्रति ते गुरमुखी दे प्रति कितना होना चाहिए है, अथाह दा प्यार। क्योंकि आप बाणी पढ़ते हैं ना, ऐसे गुरु को बल बल जाइए आप मुकत मोहे तारे। ऐसे गुरु तो कुर्बान जान नूं मन करता है, पर साडी हालत की है अज साडे बच्चियां नूं या सानू गुरमुखी पढ़नी लिखनी नहीं आंदी। दास ये नहीं कह रहा कि अपने बच्चियां नूं केवल गुरमुखी सिखाओ, इंग्लिश सिखाओ, हिंदी सिखाओ, संस्कृत सिखाओ, फ्रेंच सिखाओ, जर्मन सिखाओ, कोई भी लैंग्वेज सिखाओ, पर गुरमुखी जरूर सिखाओ। जे असी गुरमुखी तो ही मुंह मोड़ के बैठ गए ते साडा इतिहास लासानी इतिहास ते जेड़ा गुरु ग्रंथ साहब दे रूप च गुरु पातशाह ने खजाना दिता है, इनू फिर कौन पढ़ेगा, इनू कौन समझेगा, कौन जीवन च हंडाएगा। ते दास एक गल होर जोड़नी चाहेगा, दास ने एक प्रैक्टिकल महसूस किया है कि गुरमुखी पढ़नी ते लिखनी ते एक अलग गल है। अज असी अपने घरां दे अंदर गुरमुखी भाषा का इस्तेमाल भी अपनी तोहीन समझते हाँ।
ਇਹ ਪੁਰਬ ਮਨਾਏ, ਦਿਹਾੜੇ ਮਨਾਏ ਤਾਂ ਹੀ ਸਫਲੇ ਹੋਣਗੇ। ਕਿਧਰੇ ਅਸੀਂ ਗੁਰੂ ਆਸੇ ਅਨੁਸਾਰ ਸਭ ਤੋਂ ਪਹਿਲੇ ਗੁਰਮੁਖੀ ਦੇ ਨਾਲ ਪਿਆਰ ਪਾਈਏ, ਗੁਰਬਾਣੀ ਦੇ ਨਾਲ ਪਿਆਰ ਪਾਈਏ, ਤਾਂ ਹੀ ਤੇ ਸਾਡੀ ਸੁਰ ਗੁਰੂ ਨਾਲ ਜੁੜੀ ਹੋਏਗੀ। ਇੱਕ ਛੋਟਾ ਜਿਹਾ ਇਤਿਹਾਸਿਕ ਹਵਾਲਾ ਦੇ ਕੇ ਸਮਾਪਤੀ ਦਾਸ ਕਰੇਗਾ ਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਤੇ ਕਈ ਵੀਰ ਕਹਿੰਦੇ ਹਨ ਕਿ ਉੱਥੇ ਨਾ ਹਾਹਾਕਾਰ ਮਚ ਗਈ, ਕੋਈ ਨਿਤਰਿਆ ਨਹੀਂ ਅੱਗੇ ਹੋ ਕੇ, ਗੁਰੂ ਦੇ ਸੀਸ ਨੂੰ ਸੰਭਾਲਿਆ ਨਹੀਂ, ਭਾਵ ਸਰੀਰ ਨੂੰ। ਨਹੀਂ ਭਾਈ, ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ, ਸਮਝਦੇ ਹਾਂ ਤੇ ਸਮਝ ਆਉਂਦਾ ਹੈ ਕਿ ਔਰੰਗਜ਼ੇਬ ਦੇ ਹੁਕਮ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਰੀਰ ਦੇ 4 ਟੁਕੜੇ ਕੀਤੇ ਗਏ। ਦਿੱਲੀ ਦੇ ਚਾਰੋਂ ਕੋਨਿਆਂ ਚੋਂ ਟੁਕੜਿਆਂ ਨੂੰ ਟੰਗ ਦਿੱਤਾ ਗਿਆ। ਨਾਲ ਐਲਾਨ ਕਰ ਦਿੱਤਾ ਕਿ ਜਿਹੜਾ ਇਹਨਾਂ ਸਰੀਰ ਦੀ ਸੰਭਾਲ ਕਰੇਗਾ ਉਹਨਾਂ ਦਾ ਵੀ ਕਤਲ ਕਰ ਦਿੱਤਾ ਜਾਏਗਾ, ਕਿਉਂਕਿ ਸ਼ਹੀਦ ਅਸੀਂ ਲਫ਼ਜ਼ ਵਰਤਦੇ ਹਾਂ, ਉਹ ਕਤਲ ਹੀ ਇਸਤੇਮਾਲ ਕਰਦੇ ਸੀਗੇ। ਉਹਨਾਂ ਨੇ ਕਿਹਾ ਕਤਲ ਕਰ ਦਿੱਤਾ ਜਾਏਗਾ। ਪਰ ਉਸ ਸਮੇਂ ਦੇ ਜਿਹੜੇ ਗੁਰਸਿੱਖ ਸਨ ਦਿੱਲੀ ਦੇ ਏਰੀਏ ਦੇ, ਉਹਨਾਂ ਨੇ ਪਲੈਨਿੰਗ ਕੀਤੀ, ਮੀਟਿੰਗਾਂ ਕੀਤੀਆਂ, ਵਿਉਂਤਬੰਦੀ ਕੀਤੀ। ਉਹਨਾਂ ਨੂੰ ਪਤਾ ਸੀ ਕਿ ਸਾਡੀ ਇਸ ਟਾਈਮ ਜਿਹੜੀ ਆਬਾਦੀ ਹੈ, ਜੋ ਸੰਖਿਆ ਹੈ, ਘੱਟ ਹੈ ਤੇ ਹਕੂਮਤ ਦੇ ਸਿਰ ਦੇ ਉੱਤੇ ਖੂਨ ਚੜਿਆ ਹੋਇਆ ਹੈ। ਅਗਰ ਅਸੀਂ ਆਮਣੇ ਸਾਹਮਣੇ ਟੱਕਰ ਲਾਵਾਂਗੇ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਮਰ ਵੀ ਕੇਵਲ 9 ਸਾਲ ਸੀ ਉਸ ਸਮੇਂ। ਲੱਖੀ ਸ਼ਾਹ ਵੰਜਾਰਾ ਦੀ ਅਗਵਾਈ ਦੇ ਅੰਦਰ ਉਹਨਾਂ ਦੇ ਪੁੱਤਰ ਹੋਰ ਗੁਰਸਿੱਖ ਉਹਨਾਂ ਨੇ ਵਿਉਂਤਬੰਦੀ ਕੀਤੀ ਤੇ ਲੱਖੀ ਸ਼ਾਹ ਵੰਜਾਰਾ ਜਿਹੜਾ ਇੱਕ ਵੰਜਾਰਾ ਸੀ, ਬਹੁਤ ਵੱਡਾ ਵਪਾਰੀ, ਜਿਹੜਾ ਸਰਕਾਰ ਦੇ ਵੀ ਠੇਕੇ ਲੈਂਦਾ ਸੀ। ਉਹਨਾਂ ਦੇ ਗੱਡੇ ਸੀਗੇ ਜਿਹੜੇ ਸਮਾਨ ਢੋਆ ਢੁਆਈ ਦੇ ਲਈ, ਉਹ ਗੱਡੇ ਕਿਹਾ ਜਾਂਦਾ ਹੈ ਕਿ ਜਮਨਾ ਦੇ ਕਿਨਾਰੇ ਤੇ ਖੜੇ ਸਨ। ਗੁਰਸਿੱਖਾਂ ਨੇ ਵਿਉਂਤਬੰਦੀ ਦੇ ਨਾਲ ਪਲੈਨਿੰਗ ਕੀਤੀ, ਉਹਨਾਂ ਗੱਡਿਆਂ ਨੂੰ ਸ਼ਹਿਰ ਵੱਲ ਨੂੰ ਮੋੜ ਦਿੱਤਾ। ਅਲੱਗ-ਅਲੱਗ ਰੂਟਾਂ ਦੇ ਉੱਤੇ ਜਦੋਂ ਉਹ ਗੱਡੇ ਲੈ ਕੇ ਗਏ, ਕਿਸੇ ਨੇ ਸੀਸ ਸੰਭਾਲਿਆ ਤੇ ਕਿਸੇ ਨੇ ਧੜ ਦੇ ਬਾਕੀ ਹਿੱਸੇ ਸੰਭਾਲੇ। ਇਤਿਹਾਸ ਸਾਡੇ ਕੋਲ ਹੈ ਕਿ ਭਾਈ ਜੈਤਾ ਜੀ ਉਸ ਸੀਸ ਨੂੰ ਲੈ ਕੇ ਆਨੰਦ ਸਾਹਿਬਪੁਰ ਪਹੁੰਚ ਗਏ। ਕੀ ਭਾਈ ਜੈਤਾ ਜੀ ਨੂੰ ਪਤਾ ਨਹੀਂ ਸੀ ਕਿ ਹੁਕਮਰਾਨ ਨੇ ਜੇ ਦੇਖ ਲਿਆ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਛੱਡਣਗੇ? ਨਿਤਰੇ ਹੋਏ ਸੀਗੇ ਗੁਰਸਿੱਖ। ਆਪਾਂ ਕਹਿੰਦੇ ਆ ਨਾ ਕਿ ਜਦੋਂ ਖੰਡੇ ਬਾਟੇ ਦੀ ਪਹੁੰਚ ਛਕਾਈ, ਪ੍ਰਚਾਰਕ ਵੀ